ਮੇਰੇ ਬੋਰ ਤੇ 4 ਲੱਖ ਰੁਪਏ ਲੱਗੂਗਾ। ਮੇਰਾ ਬੋਰ ਹੋ ਚੁੱਕਿਆ ਗਾ, ਉਹਦੇ ਵਿੱਚ ਸਮਾਨ ਪਾਉਣ ਨੂੰ ਮੇਰੇ ਕੋਲ ਪੈਸੇ ਨਹੀਂ ਗਏ। ਮਸ਼ੀਨ ਮੇਰੇ ਖੇਤ ਦੇ ਵਿੱਚ 4 ਦਿਨ ਦੀ ਖੇਤ ਦੇ ਵਿੱਚ ਮਸ਼ੀਨ ਖੜੀ ਹੈਗੀ। ਆਧਾਰ ਵੀ ਕੋਈ ਦੇਣੋਂ ਹਟ ਗਿਆ। ਜਿਹੜਾ ਗੰਨਾ ਬੀਜ ਦਿਆਂਗੇ ਨਾ ਤਾਂ ਸਾਨੂੰ ਕੋਈ ਆੜ੍ਹਤੀਆ ਪੈਸੇ ਦਿੰਦਾ ਗਾ, ਠੀਕ ਹੈ ਜੀ, ਨਾ ਸਾਨੂੰ ਕੋਈ ਬਾਣੀ ਆਧਾਰ ਕੋਈ ਸਮਾਨ ਦਿੰਦਾ ਗਾ। ਤੁਸੀਂ ਕਿਸੇ ਨੂੰ ਮਰਜ਼ੀ ਪੁੱਛ ਲਓ, ਮੇਰਾ ਸਮਾਨ ਕਣੀ ਉਹ ਬੋਰ ਖੜਾ ਗਾ, ਸਮਾਨ ਪਾਉਣ ਕਣੀ। ਜੀਰੀ ਦਾ ਟਾਈਮ ਬਿਲਕੁਲ ਉਹਦੇ ਵੀ ਪੈਸੇ ਦਿੰਦੇ ਨੇ ਕਿ ਹੁਣ ਭਈਏ ਉੱਥੇ ਬੈਠੇ 50,000 ਰੁਪਏ ਮੰਗਦੇ ਨੇ, ਕਹਿੰਦੇ 50,000 ਰੁਪਏ ਸਾਡੇ ਅਕਾਊਂਟ 'ਚ ਬਹੁਤ ਤਾਂ ਚੜਾਂਗੇ। ਮੈਂ ਤਾਂ ਸਮਾਨ ਕਣੀ ਖੁਣਾ ਮੈਂ ਭਈਆਂ ਦੇ ਅਕਾਊਂਟ 'ਚ ਕਿੱਥੋਂ ਪੈਸੇ ਪਾ ਦੂੰਗਾ? ਪੈਸੇ ਤਾਂ ਆਹ ਦਬੀ ਖੜੇ ਨੇ ਮਿੱਲ ਵਾਲੇ। ਪਰ ਜਿਹੜਾ ਆਉਣ ਵਾਲਾ ਸੋਮਵਾਰ ਆ ਉਹਨੂੰ ਅਸੀਂ ਇਹਨਾਂ ਦੀਆਂ ਚੂੜੀਆਂ ਹੀਆਂ ਜੀਆਂ ਕੱਸਾਂਗੇ ਵੀ ਇਹ ਯਾਦ ਰੱਖਣਗੇ ਵੀ ਮਤਲਬ ਅੱਗੇ ਤੋਂ ਇਹੀ ਜੀ ਮਤਲਬ ਸਿਸਟਮ ਨਹੀਂ ਕਰਨਗੇ ਵੀ ਕਿਸਾਨਾਂ ਨੂੰ ਭੁੱਲਣਗੇ ਨਹੀਂ। ਸੰਗਰੂਰ ਦੇ ਵਿੱਚ ਗੰਨਾ ਕਿਸਾਨ ਇੱਕ ਵਾਰ ਫੇਰ ਪਰੇਸ਼ਾਨ ਨੇ। ਆਪਣੀ ਜਿਹੜੀ ਗੰਨਾ ਮਿਲ ਕਣੀ, ਨਿੱਜੀ ਗੰਨਾ ਮਿਲ ਕਣੀ ਰਹਿੰਦੀ ਬਕਾਇਆ ਰਾਸ਼ੀ ਨੂੰ ਹਾਸਲ ਕਰਨ ਦੇ ਲਈ ਧੂਰੀ ਦੇ ਵਿੱਚ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜਿਹੜੇ ਗੰਨਾ ਕਿਸਾਨ ਨੇ ਉਹ ਇਸੇ ਤਰ੍ਹਾਂ ਆਪਣਾ ਪ੍ਰਦਰਸ਼ਨ ਕਰਦੇ ਆਏ ਨੇ। ਕਿਉਂਕਿ ਜਦੋਂ ਵੀ ਉਹਨਾਂ ਨੇ ਜਿਹੜੀ ਗੰਨੇ ਦੀ ਪੇਮੈਂਟ ਲੈਣੀ ਹੁੰਦੀ ਆ ਤਾਂ ਜਾਂ ਤਾਂ ਫਿਰ ਉਹਨਾਂ ਨੂੰ ਸੰਗਰੂਰ ਦਾ ਜਿਹੜਾ ਕਹਿ ਸਕਦੇ ਆ ਡੀਸੀ ਕੰਪਲੈਕਸ ਆ ਉਹ ਘੇਰਨਾ ਪੈਂਦਾ, ਜਾਂ ਫਿਰ ਐਸਡੀਐਮ ਦਫ਼ਤਰ ਦੇ ਛੱਤ ਦੇ ਉੱਪਰ ਕਈ ਰਾਤਾਂ ਬਿਤਾਉਣੀਆਂ ਪੈਂਦੀਆਂ ਨੇ, ਜਾਂ ਫਿਰ ਨੈਸ਼ਨਲ ਹਾਈਵੇ ਜਿਹੜਾ ਉਹ ਜਾਮ ਕਰਨਾ ਪੈਂਦਾ। ਇਸ ਨੂੰ ਲੈ ਕੇ ਇਹ ਚੀਜ਼ਾਂ ਨੇ ਜਿਹੜੀਆਂ ਮਿੱਲ ਅਤੇ ਗੰਨਾ ਕਿਸਾਨਾਂ ਦੇ ਵਿਚਕਾਰ ਪਿਛਲੇ 4-5 ਸਾਲਾਂ ਤੋਂ ਇਹ ਸਭ ਕੁਝ ਚੱਲ ਰਿਹਾ ਹੈਗਾ। ਜਦੋਂ ਕਰੋੜਾਂ ਦੀ ਜਿਹੜੀ ਰਾਸ਼ੀ ਆ, ਜਿਹੜੀ ਕਰੋੜਾਂ ਦੀ ਬਕਾਇਆ ਰਾਸ਼ੀ ਜਿਹੜੀ ਖੜੀ ਹੋ ਜਾਂਦੀ ਆ, ਜਦੋਂ ਉਹ 30-35 ਕਰੋੜ ਤੋਂ ਚਲੀ ਜਾਂਦੀ ਆ ਤਾਂ ਫਿਰ ਕਿਸਾਨਾਂ ਦੇ ਖਾਤੇ ਦੇ ਵਿੱਚ ਪੈਸੇ ਆਉਣੇ ਬੰਦ ਹੋ ਜਾਂਦੇ ਨੇ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਕਿਸਾਨਾਂ ਨੂੰ ਇਸੇ ਤਰ੍ਹਾਂ ਸੜਕਾਂ ਦੇ ਉੱਪਰ ਉਤਰਨਾ ਪੈਂਦਾ, ਜਾਂ ਫਿਰ ਕਿਸੇ ਵੱਡੇ ਅਧਿਕਾਰੀ ਦਾ ਘਿਰਾਵ ਕਰਨਾ ਪੈਂਦਾ। ਉਸ ਤੋਂ ਬਾਅਦ ਫਿਰ ਸਮਝੌਤਾ ਹੁੰਦਾ ਕਰੋੜਾਂ ਰੁਪਏ ਦੇ ਵਿੱਚ, ਕਿਉਂਕਿ ਕਿਸੇ ਦਿਨ ਕਰੋੜ ਰੁਪਏ ਜਾਰੀ ਹੁੰਦਾ, ਕਿਸੇ ਦਿਨ 50 ਲੱਖ ਰੁਪਏ ਜਾਰੀ ਹੁੰਦਾ। ਪਰ ਉਹ ਚੱਲਦਾ ਕਿੰਨੇ ਦਿਨ ਹੈ? ਮਹਿਜ 1 ਹਫ਼ਤਾ ਜਾਂ 2 ਹਫ਼ਤਾ। ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਗੱਲਬਾਤ ਜਿਉਂ ਦੀ ਤਿਉਂ ਹੋ ਜਾਂਦੀ ਆ, ਪੇਮੈਂਟ ਉੱਥੇ ਦੀ ਉੱਥੇ ਰਹਿ ਜਾਂਦੀ ਹੈਗੀ। ਕਈ ਕਿਸਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਸਿਰਫ ਗੁਜ਼ਾਰਾ ਗੰਨੇ ਦੀ ਖੇਤੀ ਦੇ ਉੱਪਰ ਚੱਲਦਾ, ਕਿਉਂਕਿ ਸਰਕਾਰਾਂ ਅਕਸਰ ਦਾਅਵੇ ਕਰਦੀਆਂ ਨੇ ਕਿ ਜਦੋਂ ਵੀ ਬਦਲਾਅ ਆਵੇ ਕਿ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਚੱਕਰ ਤੋਂ ਬਾਹਰ ਕੱਢਿਆ ਜਾਵੇ, ਹੋਰ ਖੇਤੀ ਕਰਨ। ਪਰ ਲੇਕਿਨ ਜਿਹੜੇ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਉਹ ਇਸ ਸਮੇਂ ਪਰੇਸ਼ਾਨ ਨੇ। ਪਰ ਇਸ ਦੇ ਵਿੱਚ ਗੱਲ ਇਹ ਵੀ ਨਿਕਲ ਕੇ ਆਈ, ਕਿਉਂਕਿ ਜਿਹੜਾ ਧੂਰੀ ਦਾ ਇੱਕ ਨਿੱਜੀ ਗੰਨਾ ਮਿੱਲ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕਿਸਾਨਾਂ ਦਾ ਗੰਨਾ ਖਰੀਦ ਰਿਹਾ, ਪਰ ਉਸ ਤੋਂ ਵਿੱਚ ਇਹ ਨਿਕਲ ਕੇ ਆਇਆ ਕਿ ਹੁਣ ਉਹ ਗੰਨਾ ਮਿੱਲ ਹੈ ਜਿਹੜਾ ਬੰਦ ਹੋ ਜਾਏਗਾ। ਪਰ ਉਸ ਨੂੰ ਬਚਾਉਣ ਦੇ ਲਈ ਵੀ ਕਿਸਾਨ ਕਹਿ ਰਹੇ ਨੇ ਕਿ ਜਦੋਂ ਗੰਨਾ ਮਿੱਲ ਬੰਦ ਹੋ ਜਾਏਗਾ ਤਾਂ ਫਿਰ ਕਿਸਾਨ ਕਿੱਧਰ ਜਾਣਗੇ। ਸਾਡੇ ਨਾਲ ਕਿਸਾਨ ਨੇਤਾ ਨੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਮਤਲਬ ਕਈ ਸਾਲਾਂ ਤੋਂ ਇਸੇ ਤਰ੍ਹਾਂ ਦੀ ਲੜਾਈ ਲੜਦੇ ਆਏ ਨੇ। ਸਰ, ਮੈਂ ਦੇਖਦਾ ਕਿ ਜਦੋਂ ਵੀ ਇਹ ਕੰਮ ਚੱਲਿਆ ਗੰਨੇ ਦੀ ਪੇਮੈਂਟ, ਜਿਵੇਂ ਮੈਂ ਜ਼ਿਕਰ ਕੀਤਾ ਕਰੋੜਾਂ ਰੁਪਇਆ ਜਦੋਂ ਜਮ੍ਹਾਂ ਹੋ ਜਾਂਦਾ ਤਾਂ ਫਿਰ ਜਾਂ ਤਾਂ ਕੋਈ ਹਾਈਵੇ ਘੇਰਨਾ ਪੈਂਦਾ, ਜਾਂ ਭਾਵੇਂ ਸਰਦੀਆਂ ਰਾਤਾਂ ਹੁਣ ਭਾਵੇਂ ਗਰਮੀ ਹੋਵੇ, ਤਾਂ ਇਹ ਰੋਕੇਗਾ ਕਿਵੇਂ? ਕੀ ਸਿਲਸਿਲਾ ਕੀ ਆ? ਸਮਝਿਆ ਕੀ ਆ ਤੁਸੀਂ 5-4 ਸਾਲਾਂ ਦੇ ਵਿੱਚ? ਸਮਝਿਆ ਤਾਂ ਪਹਿਲਾਂ ਤਾਂ ਇੱਕੋ ਹੀ ਸਮਝਤੀ, ਅੱਜ ਤੋਂ 1.5-2 ਸਾਲ ਪਹਿਲਾਂ ਤਾਂ ਵੀ ਸ਼ਾਇਦ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹ ਮੰਨ ਲਓ ਕੁਛ ਕਰ ਨਹੀਂ ਰਹੀਆਂ, ਵੀ ਜਿਹੜੀ ਸਰਕਾਰ ਨਵੀਂ ਆਊਗੀ ਕਿ ਬਦਲਾਅ ਆਊਗਾ ਉਹਦੇ ਆਉਣ ਨਾਲ ਜਿਹੜੀਆਂ ਇਹ ਮਿੱਲਾਂ ਨੇ ਇਹ ਸਹੀ ਚੱਲਣਗੀਆਂ। ਪਰ ਹੋਇਆ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਵੀ ਜਦੋਂ ਵੋਟਾਂ ਪੈ ਗਈਆਂ, ਵੋਟਾਂ ਤੋਂ ਬਾਅਦ CM ਵੀ ਮੰਨ ਲਓ ਮਾਨ ਸਾਹਿਬ ਧੂਰੀ ਤੋਂ ਬਣ ਗਏ। ਸਾਨੂੰ ਚਾਅ ਹੋਇਆ ਸਾਰੇ ਕਿਸਾਨਾਂ ਨੂੰ, ਅਸੀਂ ਬੈਠ ਕੇ ਮੀਟਿੰਗ ਕਰੀ ਵੀ ਆਹ ਜਿਹੜੇ 5 ਸਾਲ ਨੇ ਇਹਨਾਂ 'ਚ ਧੂਰੀ ਨੇ ਇੰਨੀ ਤਰੱਕੀ ਕਰਨੀ ਆ, ਇਹ ਮਿੱਲ ਨੇ ਤਾਂ ਠੀਕ ਚੱਲਣਾ ਹੀ ਚੱਲਣਾ, ਇਹਦੇ ਪੈਰਲਰ 1-2 ਮਿੱਲਾਂ CM ਸਾਹਿਬ ਹੋਰ ਲਾ ਦੇਣਗੇ। ਲੱਗਦਾ ਕਿ ਸਰਕਾਰ ਬਣਨ ਤੋਂ ਬਾਅਦ ਜਿਵੇਂ ਆਮ ਲੋਕਾਂ ਦੇ ਵਿੱਚ ਹੈਗਾ ਸੀ ਕਿ ਡਰ ਹੋਏਗਾ ਕਿ ਗੰਨਾ ਜਿਹੜੀ ਮਿੱਲ ਹੈ ਜਾਂ ਨਿੱਜੀ ਮਿੱਲ ਆ ਉਸ ਦੇ ਉੱਪਰ ਕੀ ਅਸਰ ਤੁਹਾਨੂੰ ਦੇਖਣ ਨੂੰ ਮਿਲਿਆ ਜਾਂ ਨਹੀਂ ਮਿਲਿਆ, ਜਾਂ ਉਸੇ ਤਰ੍ਹਾਂ ਦੀ ਚੀਜ਼ਾਂ ਨੇ ਉਹ ਸਾਹਮਣੇ? ਉਦੋਂ ਵੀ ਜੀ ਹੁਣ ਤਾਂ ਸਾਨੂੰ ਐਂ ਲੱਗਿਆ ਵੀ ਉਦੋਂ ਮਾੜਾ ਹੋ ਗਿਆ ਸਿਸਟਮ। ਮਾੜਾ ਐਵੇਂ ਹੋਇਆ, ਅਸੀਂ ਪਿਛਲੇ ਦਿਨਾਂ 'ਚ ਇਹਨਾਂ ਦਾ ਜਿਹੜਾ ਮਿੱਲ ਦੇ ਅੰਦਰ ਦਿੱਲੀ ਤੋਂ ਕੋਈ ਅਫਸਰ ਆਇਆ, ਅਸੀਂ ਉਹਨੂੰ ਘੇਰ ਲਿਆ, ਘੇਰ ਕੇ ਅਸੀਂ ਉੱਥੇ ਬਿਠਾ ਲਿਆ। ਤੇ ਬਿਠਾਉਣ ਤੋਂ ਬਾਅਦ ਜਦੋਂ ਅਸੀਂ ਬਿਠਾਇਆ ਤਾਂ ਰਾਤ ਨੂੰ ਸਾਰਾ ਪ੍ਰਸ਼ਾਸਨ, ਸੰਗਰੂਰ ਤੱਕ ਦਾ ਪ੍ਰਸ਼ਾਸਨ ਹਿੱਲ ਗਿਆ ਉਸ ਬੰਦੇ ਨੂੰ ਸਾਡੇ ਤੋਂ ਛਡਵਾਉਣ ਵਾਸਤੇ, ਜਿਹੜਾ ਚੋਰ ਤੀ ਜਿਹਤੋਂ ਅਸੀਂ ਪੇਮੈਂਟ ਲੈਣੀ ਤੀ। ਉਹ ਇੱਕ ਦਿਨ ਅਸੀਂ ਬਿਠਾਇਆ, 1 ਕਰੋੜ ਰੁਪਈਆ ਪੈ ਗਿਆ। ਇਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਡਰਾ ਧਮਕਾ ਕੇ ਉਹ ਬੰਦਾ ਸਾਤੋਂ ਛਡਾਤਾ, ਮੁੜ ਕੇ ਪੇਮੈਂਟ ਨਹੀਂ ਪਈ। ਸੋ ਇਸ ਗੱਲ ਨੂੰ ਕੀ ਕਹੀਏ ਵੀ ਅਸੀਂ ਸਰਕਾਰ ਉਹਨਾਂ ਦਾ ਪੱਖ ਪੂਰਦੀ ਆ ਕਿ ਸਾਡਾ? ਅੱਛਾ, ਜਿਵੇਂ ਹੁਣ 5-6 ਸਾਲਾਂ ਤੋਂ ਤਾਂ ਮੈਂ ਤੁਹਾਡਾ ਪੂਰਾ ਜਿਹੜਾ ਕਵਰ ਕਰਦਾ ਆਇਆ, ਕਿਉਂਕਿ ਤੁਸੀਂ ਪਹਿਲਾਂ ਜਿਹੜਾ ਲੁਧਿਆਣਾ ਹਿਸਾਰ ਹਾਈਵੇ ਸੀ ਲਗਾਤਾਰ ਕਈ ਦਿਨ ਜਿਹੜਾ ਜਾਮ ਰੱਖਣਾ ਪਿਆ ਹੈਗਾ। ਇਹ ਚੀਜ਼ ਦੇ ਵਿੱਚੋਂ ਨਿਕਲਿਆ ਕੀ ਹੈ? ਕਿਉਂਕਿ ਤੁਸੀਂ ਹਮੇਸ਼ਾ ਅੱਗੇ ਲੱਗ ਕੇ ਚੱਲਦੇ ਹੋਗੇ, ਅੱਗੇ ਲੱਗ ਕੇ ਕਿਸਾਨਾਂ ਦੀ ਮੁਸ਼ਕਲਾਂ ਸੁਣਦੇ ਹੋ, ਤੇ ਇਹਦੇ ਵਿੱਚ ਸਮਝਿਆ ਨਹੀਂ ਹੈਗਾ? ਕਿਉਂਕਿ ਦੂਸਰੇ ਪਾਸੇ ਦੂਜੇ ਜਿਹੜੇ ਮਾਝੇ ਦੇ ਵਿੱਚ ਕਿਸਾਨ ਨੇ ਉੱਥੇ ਵੀ ਉਹ ਲਗਾਤਾਰ ਧਰਨੇ ਲਾਉਂਦੇ ਆਏ ਨੇ ਕਿ ਫਿਰ ਕਿਸਾਨ ਦਾ ਦਿਲ ਨਹੀਂ ਟੁੱਟੇਗਾ ਕਿ ਉਹ ਗੰਨਾ ਬੀਜਣੋਂ ਨਹੀਂ ਹਟੇਗਾ? ਗੰਨੇ ਕਿਸਾਨ ਦੇ ਉੱਪਰ ਇਹਦਾ ਅਸਰ ਕਿੰਨਾ ਕੁ ਪੈਂਦਾ? ਉਹ ਮਤਲਬ ਕਿੰਨਾ ਕੁ ਕਮਜ਼ੋਰ ਹੋ ਰਿਹਾ ਆਰਥਿਕ ਤੌਰ ਦੇ ਉੱਪਰ? ਆਰਥਿਕ ਕਮਜ਼ੋਰ ਤਾਂ ਮੰਨ ਲਓ ਇੰਨਾ ਹੋ ਰਿਹਾ ਵੀ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਗੱਲ ਕਹੀ ਵੀ ਕਿਸਾਨ ਦਾ ਦਿਲ ਨਹੀਂ ਟੁੱਟੇਗਾ, ਕਿਸਾਨ ਦਾ ਦਿਲ ਬੜਾ ਟੁੱਟਿਆ। ਕਿਸਾਨਾਂ ਦਾ ਜਿਹੜਾ, ਜੇ ਆਪਾਂ ਕਹੀਏ ਧੂਰੀ ਹਲਕੇ 'ਚ 14,000 ਏਕੜ ਤੇ ਗੰਨੇ ਦੀ ਖੇਤੀ ਕਰਦਾ ਸੀ, ਜਿਹੜੀ ਅੱਜ ਘਟ ਕੇ 4 ਤੋਂ 5,000 ਏਕੜ ਰਹਿ ਗਈ। ਉਹ ਇਹੀ ਕਾਰਨ ਆ ਵੀ ਮਿੱਲਾਂ ਦਾ ਜਿਹੜਾ ਸਿਸਟਮ ਆ ਉਹ ਮਾੜਾ। ਪਰ ਇੱਕ ਪਾਸੇ ਤਾਂ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਦੀ ਗੱਲ ਕਰਦੀ ਆ, ਫਸਲੀ ਬਦਲਾਅ ਦੀ ਗੱਲ ਕਰਦੀ ਆ, ਪਰ ਦੂਜੇ ਪਾਸੇ
ਜਿਹੜੀਆਂ ਗੰਨੇ ਦੀਆਂ ਪੇਮੈਂਟਾਂ ਨੇ ਉਹ ਹੋ ਨਹੀਂ ਰਹੀਆਂ। ਕਿਸਾਨ ਗੰਨਾ ਪੁੱਟਦਾ ਜਾ ਰਿਹਾ, ਗੰਨਾ 14,000 ਏਕੜ ਤੋਂ ਘਟ ਕੇ 5,000 ਏਕੜ ਰਹਿ ਗਿਆ। ਦੂਜੀ ਗੱਲ ਮਤਲਬ ਗੰਨਾ ਘਟਣ ਵਾਲੀ ਗੱਲ, ਕਿਸਾਨਾਂ ਦਾ ਦਿਲ ਟੁੱਟਣ ਵਾਲੀ ਗੱਲ। ਇਹੋ ਜਿਹੇ ਕਿਸਾਨ ਮੰਨ ਲਓ ਇੱਥੇ ਆਏ ਜਿਨ੍ਹਾਂ ਦੇ ਘਰਾਂ 'ਚ ਕੋਈ ਪ੍ਰੋਬਲਮ ਆਈਆਂ ਜਾਂ ਕੋਈ ਐਕਸੀਡੈਂਟ ਹੋਇਆ, ਮੈਂ ਕਹਿੰਦਾ ਮੰਨ ਲਓ ਕੈਂਸਰ ਦੇ ਮਰੀਜ਼ ਵੀ ਉਹ ਘਰਾਂ 'ਚ ਆਏ। ਉਹ ਕੈਂਸਰ ਦੇ ਮਰੀਜ਼ਾਂ ਵਾਲਿਆਂ ਨੇ ਮਿੱਲ ਵਾਲਿਆਂ ਨੂੰ ਕਿਹਾ ਜਾਂ ਮੰਨ ਲਓ ਮੁਲਾਜ਼ਮਾਂ ਨੂੰ ਇੱਥੇ ਦਿਆਂ ਨੂੰ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ, ਇਲਾਜ ਕਰਾਉਣਾ ਵੀ ਮੁਸ਼ਕਲ ਹੋਏਗਾ। ਮੁਸ਼ਕਲ ਹੋਇਆ। ਬਾਈ ਜੀ ਕਿਵੇਂ ਦੇਖਦੇ ਹੋਗੇ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਕਿੰਨਾ ਕੁ ਮੁਸ਼ਕਲ ਹੈ ਛੋਟੇ ਕਿਸਾਨ ਦੇ ਲਈ, ਕਿਉਂਕਿ ਉਸ ਨੂੰ ਲੱਗਦਾ ਕਿ ਗੰਨਾ ਸਾਲ ਦੀ ਫਸਲ ਹੈ, ਮੈਂ ਜਾਊਂਗਾ ਤਾਂ ਆਰਾਮ ਦੇ ਨਾਲ ਪੈਸੇ ਆ ਜਾਣਗੇ ਮਿਲ। ਬਈ ਜਿੱਥੇ ਤੱਕ ਮੈਂ ਸੋਚਦਾ ਗਾ ਬਹੁਤ ਹੀ ਜ਼ਿਆਦਾ ਮੁਸ਼ਕਲ ਆ। ਕੱਲ ਮੇਰਾ ਬੋਰ ਖੜ ਗਿਆ, ਇਹਨਾਂ ਸਾਰਿਆਂ ਨੂੰ ਮੈਂ ਦੱਸਿਆ ਗਾ, ਮੇਰੇ ਤੋਂ ਕੱਲ ਨਹੀਂ ਆਇਆ ਗਿਆ। ਮੇਰੇ ਬੋਰ ਤੇ 4 ਲੱਖ ਰੁਪਏ ਲੱਗੂਗਾ। ਮੇਰਾ ਬੋਰ ਹੋ ਚੁੱਕਿਆ ਗਾ, ਉਹਦੇ ਵਿੱਚ ਸਮਾਨ ਪਾਉਣ ਨੂੰ ਮੇਰੇ ਕੋਲ ਪੈਸੇ ਨਹੀਂ ਗਏ। ਮਸ਼ੀਨ ਮੇਰੇ ਖੇਤ ਦੇ ਵਿੱਚ 4 ਦਿਨ ਦੀ ਖੇਤ ਦੇ ਵਿੱਚ ਮਸ਼ੀਨ ਖੜੀ ਹੈਗੀ। ਆਧਾਰ ਵੀ ਕੋਈ ਦੇਣੋਂ ਹਟ ਗਿਆ, ਜਿਹੜਾ ਗੰਨਾ ਬੀਜ ਦਿਆਂਗੇ ਨਾ ਤਾਂ ਸਾਨੂੰ ਕੋਈ ਆੜਤੀਆ ਪੈਸੇ ਦਿੰਦਾ ਗਾ, ਠੀਕ ਹੈ ਜੀ, ਨਾ ਸਾਨੂੰ ਕੋਈ ਬਾਣੀ ਆਧਾਰ ਕੋਈ ਸਮਾਨ ਦਿੰਦਾ ਗਾ। ਤੁਸੀਂ ਕਿਸੇ ਨੂੰ ਮਰਜ਼ੀ ਪੁੱਛ ਲਓ, ਮੇਰਾ ਸਮਾਨ ਕਣੀਓ ਬੋਰ ਖੜਾ ਗਾ, ਸਮਾਨ ਪਾਉਣ ਕਣੀਓ। ਜੀਰੀ ਦਾ ਟਾਈਮ ਬਿਲਕੁਲ ਉੱਪਰ ਆਇਆ ਪਿਆ ਗਾ। ਉਰੇ ਹੋਰ ਵੀ ਸਾਡੇ ਬਹੁਤ ਕਿਸਾਨ ਨੇਗੇ। ਤੁਹਾਡੀ ਕਿੰਨੀ ਬਕਾਇਆ ਰਾਸ਼ੀ ਹੈ, ਮਤਲਬ ਕਿੰਨਾ ਖੇਤੀ ਕਰਦੇ ਹੋ ਗੰਨੇ ਦੀ? ਮੇਰੇ ਕੋਲ ਜੀ ਮੈਂ ਗੰਨੇ ਦੀ ਕਰਦਾ ਜੀ 15 ਤੋਂ 20 ਕਿੱਲਿਆਂ ਦੀ ਖੇਤੀ ਕਰਦਾ। ਮੇਰਾ ਇਹਨਾਂ ਕਣੀ 17-18 ਲੱਖ ਰੁਪਈਆ ਜੀ ਮਿਲ ਕਣੀ ਖੜਾ ਗਾ। ਹੋਰ ਵੀ ਸਾਡੇ ਨਾਲ ਕਿਸਾਨ 18 ਲੱਖ ਰੁਪਏ ਬਹੁਤ ਹੁੰਦਾ ਇੱਕ ਕਿਸਾਨ ਦੇ ਲਈ, ਤਾਂ ਬਹੁਤ ਵੱਡੀ ਰਕਮ ਆ ਗਈ, ਕਿਉਂਕਿ 17-18 ਲੱਖ ਰੁਪਏ ਨਾਲ ਉਹਨੇ ਪੂਰਾ ਆਪਣਾ ਸਿਸਟਮ ਚਲਾਉਣਾ ਹੁੰਦਾ। 17-18 ਲੱਖ ਰੁਪਏ ਨਾਲ ਬਈ ਸਾਰਾ ਸਿਸਟਮ ਚਲਾਉਣ ਦੀ ਜਿਹੜੀ ਮੂਰੇ ਜੀਰੀ ਲਾਉਣੀ ਹੈਗੀ ਉਹਦੇ ਵੀ ਪੈਸੇ ਦੇਣੇ ਨੇ। ਹੁਣ ਭਈਏ ਉੱਥੇ ਬੈਠੇ 50,000 ਰੁਪਏ ਮੰਗਦੇ ਨੇ, ਕਹਿੰਦੇ 50,000 ਰੁਪਏ ਸਾਡੇ ਅਕਾਊਂਟ 'ਚ ਬਹੁਤ ਤਾਂ ਚੜਾਂਗੇ। ਮੈਂ ਤਾਂ ਸਮਾਨ ਕਣੀ ਖੁਣਾ, ਮੈਂ ਭਈਆਂ ਦੇ ਅਕਾਊਂਟ 'ਚ ਕਿੱਥੋਂ ਪੈਸੇ ਪਾ ਦੂੰਗਾ? ਪੈਸੇ ਤਾਂ ਆਹ ਦਬੀ ਖੜੇ ਨੇ ਮਿਲ ਵਾਲੇ। ਇਹ ਸਰਕਾਰ ਜੇ ਜ਼ੋਰ ਲਾਵੇ ਤਾਂ ਪੈਸੇ ਪਵਾ ਸਕਦੇ, ਹੱਥਾਂ ਨੂੰ ਪਵਾ ਸਕਦੀ ਹੈ। ਹੋਰ ਵੀ ਸਾਹਮਣੇ ਆਉਂਦੀ ਹੈ ਕਿ ਜੇ ਤੁਸੀਂ ਧੂਰੀ ਏਰੀਏ ਦੇ ਤੁਸੀਂ ਹੋਰ ਕਿਸੇ ਮਿਲ ਦੇ ਵਿੱਚ ਗੰਨਾ ਲੈ ਕੇ ਜਾਂਦੇ ਹੋ ਤਾਂ ਉੱਥੋਂ ਜਿਹੜੀ ਪੇਮੈਂਟ ਕਹਿ ਸਕਦੇ ਨਾਲ ਦੀ ਨਾਲ ਮਿਲ ਜਾਂਦੀ ਆ। ਜਦੋਂ ਉਹ ਦੂਸਰੇ ਇਲਾਕੇ ਦੇ ਲੋਕ ਨੇ ਧੂਰੀ ਲੈ ਕੇ ਆਉਂਦੇ ਤਾਂ ਇਹ ਉਹਨਾਂ ਨੂੰ ਪੇਮੈਂਟ ਦਿੰਦੇ ਨੇ। ਇਹ ਚੀਜ਼ ਵੀ ਤਾਂ ਹੋ ਰਹੀ ਹੈ ਨਾ। ਦੇਖੋ ਜੀ, ਜੇ ਹੁਣ ਅਸੀਂ ਬਾਹਰ ਉਰੋਂ ਆਪਣਾ ਗੰਨਾ ਅਸੀਂ ਬਾਹਰਲੀ ਮਿੱਲ ਦੇ ਵਿੱਚ ਲੈ ਕੇ ਜਾਂਦੇ, ਸਾਨੂੰ ਪੇਮੈਂਟ ਤਾਂ 24 ਘੰਟਿਆਂ ਬਾਅਦ ਉੱਥੋਂ ਦੇ ਦਿੰਦੇ ਨੇਗੇ, ਪਰ ਇਹਨੂੰ ਖਰਚਾ ਬਹੁਤ ਆਉਂਦਾ ਵੀ ਆ। ਉਹ ਤਾਂ ਜਿਹੜੇ ਪੈਸੇ ਨੇ ਸਾਡੇ ਰਾਹ 'ਚ ਖਿੜ ਜਾਂਦੇ ਨੇਗੇ, ਉੱਥੇ ਜਾਣ ਦਾ ਸਾਨੂੰ ਕੋਈ ਫਾਇਦਾ ਨਹੀਂ ਗਾ ਜੀ। ਜਿਹੜੀ ਇਹਨੇ ਫੈਕਟਰੀ ਲੱਗੀ ਆ ਜੀ, ਇਹ ਧੂਰੀ ਦੇ ਲਈ ਬਹੁਤ ਹੀ ਕਸਾਲ ਫੈਕਟਰੀ ਆ ਜੀ। ਇੱਕ ਪਾਣੀ ਦਾ ਰੀਚਾਰਜ ਦਾ ਸੋਮਾ ਬਹੁਤ ਵਧੀਆ ਗਾ। ਜੇ ਪਾਣੀ ਆਉਂਦਾ ਜੀ ਆਪਣੇ ਫਾੜ ਆਉਂਦੇ ਆ ਜਿਵੇਂ ਕਹਿੰਦੇਗੇ, ਤਾਂ 20 ਕਿੱਲਿਆਂ ਦਾ ਪਾਣੀ 1 ਕਿੱਲਾ ਗੰਨੇ ਦਾ ਰੀਚਾਰਜ ਕਰ ਦਿੰਦਾ ਜੀ। ਸਾਰਾ ਪਾਣੀ ਖਪਤਕਾਰ ਥੱਲੇ ਪਹੁੰਚਾ ਦਿੰਦਾ ਗਾ। ਸਰ ਹੁਣ ਅਗਲਾ ਐਕਸ਼ਨ ਕੀ ਆ, ਹੁਣ ਕਿੰਨਾ ਚਿਰ ਲੰਮਾ ਚਲਾਵਾਂਗੇ? ਅਗਲਾ ਐਕਸ਼ਨ ਤਾਂ ਅਸੀਂ ਅੱਜ ਦਾ ਦਿਨ ਸ਼ਾਮ ਤੱਕ ਦੇਖਦੇ ਹਾਂ, ਨਹੀਂ ਅਸੀਂ ਆਉਣ ਵਾਲੇ 1-2 ਦਿਨਾਂ ਜੀ ਜਣੀ ਮਤਲਬ ਜੇ ਤਾਂ ਐਵੇਂ ਚੱਲਦਾ ਹੀ ਰਹੂਗਾ। ਪਰ ਜਿਹੜਾ ਆਉਣ ਵਾਲਾ ਸੋਮਵਾਰ ਆ ਉਹਨੂੰ ਅਸੀਂ ਇਹਨਾਂ ਦੀਆਂ ਚੂੜੀਆਂ ਜੀਆਂ ਕੱਸਾਂਗੇ ਵੀ ਇਹ ਯਾਦ ਰੱਖਣਗੇ ਵੀ ਮਤਲਬ ਅੱਗੇ ਤੋਂ ਇਹੀ ਜੀ ਮਤਲਬ ਸਿਸਟਮ ਨਹੀਂ ਕਰਨਗੇ, ਵੀ ਕਿਸਾਨਾਂ ਨੂੰ ਭੁੱਲਣਗੇ ਨਹੀਂ। ਸਾਫ਼ ਤੌਰ ਤੇ ਕਿਉਂਕਿ ਗੰਨਾ ਕਿਸਾਨਾਂ ਦਾ 20 ਕਰੋੜ ਦੇ ਲਗਭਗ ਜਿਹੜਾ ਇਹ ਬਕਾਇਆ ਰਹਿੰਦਾ, ਜਿਹੜਾ ਕਿ 18 ਕਰੋੜ ਦੇ ਲਗਭਗ ਨਿੱਜੀ ਗੰਨਾ ਮਿਲ ਕਣੀ ਆ ਤੇ 2-2.5 ਕਰੋੜ ਰੁਪਇਆ ਜਿਹੜਾ ਸਰਕਾਰ ਕਣੀ ਆ, ਜਿਹੜਾ ਕੁਝ ਪੈਸਾ ਸਰਕਾਰ ਨੇ ਦੇਣਾ ਹੁੰਦਾ। ਹੁਣ ਇੱਥੇ ਸਵਾਲ ਵੱਡਾ ਖੜਾ ਇਹ ਹੁੰਦਾ ਹੈ ਕਿ ਜਦੋਂ ਗੰਨਾ ਕਿਸਾਨ ਆ, ਜਦੋਂ ਖੇਤੀ ਕਰਦਾਗਾ, ਜਦੋਂ ਤੁਸੀਂ ਆਊਟ ਏਰੀਆ ਦੇ ਵਿੱਚ ਜਾ ਕੇ ਗੰਨਾ ਲੈ ਕੇ ਜਾਂਦੇ ਹੋ ਤਾਂ ਉਦੋਂ ਪੇਮੈਂਟ ਤੁਹਾਨੂੰ 24 ਤੋਂ 48 ਘੰਟੇ ਦੇ ਵਿੱਚ ਹੋ ਜਾਂਦੀ ਹੈ। ਜੇ ਦੂਸਰੇ ਇਲਾਕੇ ਦੇ ਕਿਸਾਨ ਗੰਨਾ ਧੂਰੀ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ 24 ਘੰਟੇ ਦੇ ਵਿੱਚ 48 ਘੰਟੇ ਦੇ ਵਿੱਚ ਹੋ ਜਾਂਦੀ ਹੈ। ਤਾਂ ਫਿਰ ਵੱਡਾ ਇਹ ਸਵਾਲ ਹੁੰਦਾ ਹੈ ਕਿ ਸਰਕਾਰਾਂ ਕੀ ਇਹ ਦਬਾਅ ਨਹੀਂ ਬਣਾ ਸਕਦੀਆਂ ਕਿ ਜਿਹੜੇ ਇਲਾਕੇ ਦੇ ਕਿਸਾਨ ਨੇ ਉਹਨਾਂ ਦੀ ਪੇਮੈਂਟ 24 ਜਾਂ 48 ਘੰਟੇ ਦੇ ਵਿੱਚ ਕਿਉਂ ਨਹੀਂ ਹੁੰਦੀ? ਕਿਉਂਕਿ ਕਈ ਕਿਸਾਨ ਨੇ ਜਿਹੜੇ ਉਹ ਰਿਸਕ ਦੇ ਉੱਪਰ ਆਪਣੇ ਦੂਸਰੇ ਇਲਾਕਿਆਂ ਦੇ ਵਿੱਚ ਆਪਣੇ ਖੇਤ ਤੋਂ 100 ਕਿਲੋਮੀਟਰ ਦੂਰ ਲੈ ਕੇ ਜਾਂਦੇ ਨੇ। ਜਦੋਂ ਕਈ ਕੁਇੰਟਲ ਗੰਨਾ ਜਿਹੜਾ ਟਰਾਲੀ ਦੇ ਵਿੱਚ ਪਾਇਆ ਜਾਂਦਾ ਤਾਂ ਲਿਜਾਣਾ ਬਹੁਤ ਖਤਰੇ ਦਾ ਹੁੰਦਾ, ਕਈ ਵਾਰ ਵੱਡੇ ਹਾਦਸੇ ਹੁੰਦੇ ਨੇ। ਤਾਂ ਹੁਣ ਇਸੇ ਨੂੰ ਦੇਖਣਾ ਹੋਏਗਾ ਕਿ ਹੁਣ ਇਹ ਧਰਨਾ ਕਦੋਂ ਤੱਕ ਚੱਲਦਾ, ਕਦੋਂ ਤੱਕ 20 ਕਰੋੜ ਦੀ ਜਿਹੜੀ ਬਕਾਇਆ ਰਾਸ਼ੀ ਆ ਉਹਨਾਂ ਦੇ ਖਾਤੇ ਵਿੱਚ ਪੈਂਦੀ ਆ, ਜਾਂ ਫਿਰ ਜਿਵੇਂ ਪਹਿਲਾਂ 4 ਸਾਲਾਂ ਤੋਂ ਇਹ ਕਿਸਾਨ ਇਸੇ ਤਰ੍ਹਾਂ ਸੰਘਰਸ਼ ਲੜ ਰਹੇ ਨੇ, ਇਸੇ ਤਰ੍ਹਾਂ ਕਦੇ ਮਿੱਲ ਦੇ ਬਾਹਰ, ਕਦੇ ਰੋਡ ਜਾਮ, ਕਦੇ ਜਿਹੜਾ ਕਿ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰਨਾ, ਕਦੇ ਐਸਡੀ ਦਫ਼ਤਰ ਘੇਰਨਾ, ਜਾਂ ਜਿਉਂ ਹੀ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ। ਵਿੱਕੀ ਬੁਲਰ, ਪੰਜਾਬ ਤੱਕ, ਸੰਗਰੂਰ।